यानी गुरबाणी संत बाणी ਇਹਦਾ ਮਾਨਾ ਹੈਗਾ ਗੁਰੂਆਂ ਸੰਤਾਂ ਨੇ ਬੋਲੇ ਹੋਏ ਵਿਚਾਰ, ਆਪਣੇ ਹਿਰਦੇ ਦੇ ਵਿਚਾਰ ਵਾਕ ਇੰਦਰੀ ਰਾਹੀਂ ਮਾਨਵ ਜਾਤੀ ਦੇ ਭਲੇ ਲਈ ਉਹਨਾਂ ਨੇ ਇਹ ਸ਼ਬਦ ਬੋਲੇ। ਇਹ ਸ਼ਬਦਾਂ ਦਾ ਨਾਂ ਸੰਤ ਬਾਣੀ ਕਹੋ, ਗੁਰਬਾਣੀ ਕਹੋ, ਸਿੱਧੀ ਬਾਣੀ ਕਹੋ। ਜਿਹਨੂੰ ਅਸੀਂ ਸਿੱਧੀ ਬਾਣੀ ਬੋਲਦੇ ਹਾਂ ਉਹਦਾ ਮਤਲਬ ਹੈ ਸੰਸਾਰਕ ਵਿਹਾਰਾਂ ਵਾਸਤੇ ਬੋਲੇ ਹੋਏ ਲਫ਼ਜ਼। ਗੁਰਬਾਣੀ ਹੈ ਕਿ ਜਿਹੜੀ ਉਹਨਾਂ ਸੰਤਾਂ ਨੇ ਗੁਰੂਆਂ ਨੇ ਬਚਨ ਬੋਲੇ ਕਿ ਗੁਰਮੁਖਾ ਹੁੰਦਾ ਵੱਡਾ ਸਭ ਤੋਂ, ਗੁਰਮੁਖਾ ਹੁੰਦਾ ਗਿਆਨ। ਗਿਆਨ ਦਾ ਮਾਨਾ ਹੈ ਚੇਤਨ, ਕਿ ਜਿਨ੍ਹਾਂ ਜਿਹੜੀ ਚੇਤਨ ਚੇਤਨ ਦਾ ਅਰਥ ਹੈ ਪਰਮਾਤਮਾ ਈਸ਼ਵਰ। ਜਿਹਨੇ ਚੇਤਨ ਸੰਬੰਧੀ ਬਾਣੀ ਬੋਲੀ ਗਈ, ਗੁਰ ਗਿਆਨ ਪਰਤੇ ਬਾਣੀ ਬੋਲੀ ਗਈ, ਉਹਦਾ ਨਾਂ ਗੁਰਬਾਣੀ ਹੈ। ਵਿਧੀ ਨਿਸ਼ੇਧ ਲਈ ਬੋਲੀ ਗਈ ਬਾਣੀ ਹੈ। ਕੇਵਲ ਸਤ ਦਾ ਪਰਤੇ ਪਾਦਨ ਕਰਕੇ ਸਤ ਦਾ ਸਾਖਸ਼ਾਤ ਕਰਾਉਣੇ ਵਾਲੇ ਬਚਨਾਂ ਦਾ ਨਾਂ ਸੰਤ ਬਾਣੀ। ਤਾਤਪਰਜ ਸਾਰਿਆਂ ਦਾ ਇੱਕ ਹੀ ਹੈ, ਪਰ ਇੱਥੋਂ ਅਸੀਂ ਇਹ ਜਾਣਨਾ ਵੀ ਗੁਰਬਾਣੀ ਨੇ ਜਿਹੜੇ ਵਿਹਾਰਕ ਬਚਨ ਕਹੇ ਆ ਕੁਛ ਪਰਮਾਰਥ ਵਾਸਤੇ ਮਦਦਗਾਰ ਬਚਨ ਬੋਲੇ ਆ, ਪਰ ਜਿਹੜੇ ਵਿਹਾਰਕ ਬਚਨ ਬੋਲੇ ਆ ਉਹ ਵੀ ਮਾਮੂਲੀ ਨਹੀਂਗੇ। ਗੁਰੂਆਂ ਨੇ ਇਹ ਬਚਨ ਬੋਲਿਆ ਕਿ ਲਾਲਚ ਛਾਡੋ ਅੰਧਿਓ ਲਾਲਚ ਦੁੱਖ ਪਾਏ। ਲਫ਼ਜ਼ ਤਾਂ ਛੋਟਾ ਜਿਹਾ ਪਰ ਮਹਾਤਮਾ ਜਿਹੜਾ ਬਹੁਤ ਉੱਚਾ ਉੱਤਮ ਹੈ। ਕਿਉਂ? ਆਪਣੇ ਇੱਥੇ ਟੀਵੀ ਚੈਨਲਾਂ ਤੇ, ਟੀਵੀਆਂ ਰੇਡੀਓਆਂ ਤੇ ਅਖਬਾਰ ਭਰੇ ਆ ਰਹੇ ਹੈ। ਯੂਕਰਾਨ ਤੇ ਰੂਸ ਦੀ ਬੜੀ ਤਕੜੀ ਲੜਾਈ ਹੋ ਰਹੀ ਹੈ। ਮਨੁੱਖ ਦਾ ਮਨੁੱਖ ਸਜਾਤੀ ਤੇ ਪਸ਼ੂ ਪੰਛੀ ਦੁਜਾਤੀ। ਜੋ ਸਜਾਤੀ ਹੈ, ਸਜਾਤੀ ਤਾਂ ਮੈਂ ਹੀ ਹੈ। ਮਨੁੱਖ ਦੀ ਇੱਕ ਹੀ ਜਾਤੀ ਹੈ, ਕੇਵਲ ਮਨੁੱਖ। ਪਸ਼ੂ ਪੰਛੀ ਆਦਿ ਦੁਜਾਤੀ ਮਨ ਦੂਜੀ ਜਾਤੀ ਹੈ। ਤੇ ਸਜਾਤੀ ਹੀ ਸਜਾਤੀ ਦਾ ਨਾਸ ਕਰਨ में ਲੱਗੀ ਹੈ। ਕਿਉਂ ਲੱਗੀ ਹੈ? ਹਿਰਦੇ 'ਚ ਕੋਈ ਲਾਲਚ ਹੈ ਕਿਸੇ ਵਸਤੂ ਪਾਸਤੇ। ਉਹ ਲਾਲਚ ਦੀ ਪੂਰਤੀ ਵਾਸਤੇ ਅੰਦਰੋਂ ਵਿਰੋਲੇ ਵਾਵਰੋਲਾ ਜਿਵੇਂ ਉੱਠਦਾ, ਵਾਤ ਪਿੱਤ ਕਫ ਦੇ ਵਿਰੋਲੇ ਉੱਠਦੇ, ਉਹ ਆਪਣੇ ਲਾਲਚ ਦੀਆਂ ਲੋਭ ਦੀਆਂ ਤਰੰਗਾਂ ਫੈਲਾ ਰਹੇ ਆ। ਉਹ ਤਰੰਗਾਂ ਜਿਹੜੀਆਂ ਹੈਗੀਆਂ ਹਿਰਦੇ ਨੂੰ ਉਕਸਤ ਕਰ ਰਹੀਆਂ।
ਹਿਰਦੇ ਨੂੰ ਉਕਸਤ ਕਰਨੇ ਸੇ ਹਿਰਦਾ ਵਾਕ ਇੰਦਰੀਆਂ ਤੇ ਚੜ ਕੇ ਬਕਵਾਸ ਕਰਦਾ ਹੈ। ਕੀਤੇ ਹੋਏ ਬਕਵਾਸ ਹੈ ਜਿਹੜੇ ਸਰੋਤ ਇੰਦਰਾ ਜਦੋਂ ਉਹਨਾਂ ਨੂੰ ਪਕੜਦਾ ਹੈ, ਹਿਰਦੇ ਦੇ ਵਿੱਚ ਬਿਨਾਂ ਵਿਚਾਰ ਕਰਨ ਤੋਂ ਉਹਨਾਂ ਨੂੰ ਧਾਰਦਾ ਤੇ ਉਹਦੀਆਂ ਤਰੰਗਾਂ ਅੱਗੋਂ ਗੜਬੜੀ ਕਰਦੀਆਂ। ਦੋਨਾਂ ਹਿਰਦਿਆਂ ਦੀਆਂ ਤਰੰਗਾਂ ਜਦੋਂ ਵਿਪਰੀਤ ਵਰਤਦੀਆਂ ਤਾਂ ਇਹ ਸਭ ਤੋਂ ਪਹਿਲਾਂ ਅਸਰ ਬੁੱਧੀ ਤੇ ਕਰਦੀਆਂ। ਜਿਹੜੀ ਵਿਵੇਕ ਬੁੱਧੀ ਸੀਗੀ ਉਹ ਭ੍ਰਸ਼ਟ ਹੋ ਜਾਂਦੀ ਹੈ, ਜਿਵੇਂ ਮੱਚਦੀ ਹੋਈ ਅੱਗ ਤੇ ਦੋ ਬੁੱਕ ਪਾਣੀ ਦੇ ਪਾ ਦਈਏ, ਉਹ ਸਾਰਾ ਚਾਨਣ ਉਜਾਲਾ ਉਹਦਾ ਲੈ ਹੋ ਜਾਂਦਾ ਤੇ ਉਹ ਭਾਪ ਜਿਹੜੀ ਹੈ ਧੂਆਂ ਉਹ ਉਜਵਲ ਹੋ ਜਾਂਦਾ। ਲਾਲਚ ਐਸੀ ਚੀਜ਼ ਹੈ ਕਿ ਬੁੱਧੀ ਨੂੰ ਭ੍ਰਸ਼ਟ ਕਰ ਦਿੰਦਾ ਤੇ ਵਿਗਿਆਨ ਜਿਹੜਾ ਹੈ ਇਹ ਦੱਬਿਆ ਜਾਂਦਾ ਤਾਂ ਅੱਗੋਂ ਨਾਨਾ ਪ੍ਰਕਾਰ ਦੀਆਂ ਚੇਸ਼ਟਾਵਾਂ। ਸੋ ਮਨੁੱਖ ਦਾ ਸਜਾਤੀ ਹੈ, ਮਨੁੱਖ ਦਾ ਮਦਦਗਾਰ ਹੈ। ਜਦੋਂ ਬੁੱਧੀ ਭ੍ਰਸ਼ਟ ਹੋ ਜੇ ਉਦੋਂ ਮਦਦਗਾਰ ਹੀ ਦੁਸ਼ਮਣ ਹੋ ਜਾਂਦੇ ਆ। ਇਸ ਵਾਸਤੇ ਆਪਣਾ ਸੰਕਲਪ ਮੈਂ ਨਾ ਹਿਰਦਾ ਪਹਿਲਾਂ ਸੱਚਾ ਹੋਵੇ। ਹਿਰਦੇ ਦਾ ਸੰਕਲਪ ਕਿ ਜਿੱਥੋਂ ਤੀਕ ਦੇਸ਼ ਦੁਨੀਆ ਬੈਠੇ ਵਸ ਰਿਹਾ, ਆਪਣਾ ਸੰਕਲਪ ਇਸ ਤਰ੍ਹਾਂ ਕਹੇ ਕਿ ਇਹ ਸੁੱਖ ਸ਼ਾਂਤੀ ਨਾਲ ਰਹਿਣੇ ਚਾਹੀਦੇ, ਕਿਤੇ ਵੀ ਗੜਬੜੀ ਨਹੀਂ ਹੋਣੀ ਚਾਹੀਦੀ। ਕਿਸੇ ਦੇ ਸੰਕਲਪ 'ਚ ਇੰਨੀ ਤਾਕਤ ਨਹੀਂ। ਸਭ ਤੋਂ ਉੱਤਮ ਧਰਮਾਂ ਦੇ ਵਿੱਚੋਂ ਸਿੱਖ ਪੰਥ ਦੇ ਜਿਹੜੇ ਮਾਨ ਮਰਿਆਦਾ ਇਹਨੂੰ ਅੱਛੀ ਮੰਨਿਆ। ਮਾਨ ਮਰਿਆਦਾ ਤਾਂ ਅੱਛੀ ਹੈ, ਪਰ ਸੰਕਲਪ ਇਹਨਾਂ ਦਾ ਵੀ ਕਿਸੇ ਦਾ ਸੱਤ ਨਹੀਂ ਹੋ ਸਕਦਾ। ਕਿਉਂ? ਇਹ ਵੀ ਭੱਜ ਕੇ ਗ੍ਰੰਥ ਸਾਹਿਬ ਦੇ ਮੂਹਰੇ ਅਰਦਾਸ ਕਰਦੇ ਐ ਵੀ ਸੱਚਿਆ ਪਾਤਸ਼ਾਹ ਤੂੰ ਬੰਦੂਕਾਂ ਚੱਲਣੀਆਂ ਬੰਦ ਕਰਾ ਦੇ, ਤੂੰ ਲੜਾਈ ਬੰਦ ਕਰਾ ਦੇ, ਤੂੰ ਹੀ ਬਿਮਾਰੀ ਬੰਦ ਕਰਾ ਦੇ, ਤਾਂ ਰਹੇਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਮਨ ਹੈ ਨਹੀਂਗਾ। ਗੁਰੂ ਗ੍ਰੰਥ ਸਾਹਿਬ ਦੇ ਮਨ ਹੈ ਕੋਈ ਜਿਸ ਚ ਸੰਕਲਪ ਹੈ। ਤੁਹਾਡਾ ਮਨ ਸੰਕਲਪ ਫੇਲ ਹੈ, ਤੁਸੀਂ ਗਾਂ ਹੱਥ ਜੋੜਦੇ ਠੀਕ ਹੈ ਵੀ ਯਾਰ ਮੇਰਾ ਮਨ ਫੇਲ ਹੈ। ਨਹੀਂ, ਸਾਰੀ ਸ੍ਰਿਸ਼ਟੀ ਦੇ ਲੋਕਾਂ ਦਾ ਹੀ ਫੇਲ ਹੈ। ਕਿੰਨਾ ਚਿਰ ਫੇਲ ਹੈ ਕਿ ਜਿੰਨਾ ਚਿਰ ਸੱਤ ਦਾ ਸਾਖਸ਼ਾਤ ਨਹੀਂ ਮਨ ਚ ਹੁੰਦਾ ਉਹਨਾਂ ਚਿਰ ਸਭ ਦੇ ਮਨ ਫੇਲ ਹੈ। ਇਹ ਕਿਸੇ ਦੀ ਮਦਦ ਲੈਂਦੇ ਆ ਵੀ ਹਰੀ ਸਿੰਘ ਤੂੰ ਯਾਰ ਅਰਦਾਸ ਕਰਦੇ ਮੇਰੀ। ਅੱਛਾ, ਹਰੀ ਸਿੰਘ ਦਾ ਮਨ ਸਾਖਸ਼ਾਤ ਪ੍ਰਭੂ ਦਾ ਗਿਆਤ ਹੋਈ ਹੈ? ਨਹੀਂ। ਜਿਹਦੇ ਮੂਹਰੇ ਫਰਿਆਦ ਕਰਦਾ ਉਹਨੂੰ ਹੋਈ ਹੈ? ਨਹੀਂ। ਤੇ ਕਿਸ ਦੇ ਮਨ ਦੇ ਵਿੱਚ ਸੰਕਲਪ ਸੱਤ ਹੈ? ਧੂਆਂ ਧਾਰਮੀ ਲੈ ਪਿਆ ਤੇ ਤੁਰੇ ਜਾਂਦੇ ਆ ਮੰਡਲੀ ਸੰਤਾਂ ਦੇ ਨਾਲ। ਉੜੀਆ ਬਾਬਾ ਜੀ, ਚੋਟੀ ਚੋਟੀ ਦੇ ਸਵਾਮੀ ਅਖੰਡਾਨੰਦ ਜੀ, ਪ੍ਰਬੁੱਧਾਨੰਦ ਜੀ, ਇਹ ਸਾਰੇ ਸੰਤ ਜਾ ਰਹੇ ਤੇ ਯਕਦਮ ਬੱਦਲ ਆਇਆ ਤਾਂ ਪ੍ਰਬੁੱਧਾਨੰਦ ਨੇ ਆਖਿਆ ਮਹਾਰਾਜ ਭਿੱਜ ਚੱਲੇ। ਤੇ ਉੜੀਆ ਬਾਬਾ ਨੇ ਇੱਕ ਵਾਰੀ ਮਾੜਾ ਜਿਹਾ ਤਾਂ ਚ ਆਖਿਆ ਏ ਬਾਂਗੜ ਕੀ ਹੋ ਰਿਹਾ?
ਵੱਧ ਇੱਕ ਬੂੰਦ ਨਹੀਂ ਡਿੱਗੀ। ਕਿਉਂ? ਸਤ ਦਾ ਸਾਖਸ਼ਾਤ ਹੈ, ਸਤ ਸੰਕਲਪ ਹੈ, ਤਾਂ ਜਿਹਦੇ ਚ ਇਹ ਫੇਰ ਪਾਵਰ ਆਉਂਦੀ ਹੈ। ਸਭ ਹਿਰਦੇਵਾਨ ਦੇ ਹਿਰਦੇ ਚ ਪਾਵਰ ਹੈ, ਪਾਵਰ ਸੁੱਤੀਆਂ ਪਈਆਂ। ਇਹ ਪਾਵਰਾਂ ਜਾਗਦੀਆਂ ਕਿਉਂ ਨਹੀਂ? ਇਹ ਪਾਵਰਾਂ ਇਸ ਲਈ ਨਹੀਂ ਜਗਦੀਆਂ ਕਿ ਜਿਹਦੇ ਲਈ ਵੱਡੇ ਵੱਡੇ ਦੇਸ਼ ਖਹਿ ਖਹਿ ਕੇ ਮਰ ਰਹੇ ਹੈ, ਉਹ ਹੀ ਲੋਭ ਲਾਲਚ ਇੱਕ ਇੱਕ ਵਿਅਸ਼ਟੀ ਦੇ ਅੰਦਰ ਬੈਠਾ ਹੋਇਆ। ਕੋਈ ਹੱਥ ਖੜਾ ਕਰ ਸਕਦਾ ਕਿ ਮੇਰੇ ਅੰਦਰ ਲੋਭ ਹੈ ਨਹੀਂ? ਤਾਂ ਫਿਰ ਇਹ ਹੈਗਾ, ਨਾਨਕ ਜੀ ਨੇ ਇਹ ਗੱਲ ਕਹੀ। ਨਾਨਕ ਜੀ ਹੋਰੇ ਸਤ ਸੰਕਲਪ ਸੰਤ ਸੀ, ਜੋ ਉਹਨਾਂ ਨੇ ਉਪਦੇਸ਼ ਕੀਤਾ। ਆਖੇ ਨਾਨਕ ਦੁਨੀਆ 4 ਦਿਹਾੜੇ, ਇਹ 4 ਦਿਹਾੜੇ ਦੇ ਲਈ ਕੀ ਮਨੁੱਖ ਨੂੰ ਮਨੁੱਖ ਤਬਾਹ ਕਰੀ ਜਾਂਦਾ, ਕਿਉਂਕਿ ਪਤਾ ਨਹੀਂਗਾ। ਕਰਨ ਵਾਲੇ ਦੇ ਵੀ ਬੇਵੱਸੀ ਹੈ, ਵਿਗਿਆਨ ਹੋ ਜਾਣਾ ਹੈ ਨਹੀਂਗਾ, ਲੋਭ ਹੋ ਜਾਣਾ। ਨਾਨਕ ਦੁਨੀਆ 4 ਦਿਹਾੜੇ ਸੁਖ ਕੀਤੇ ਦੁੱਖ ਹੋਈ, ਉਹ ਗੱਲਾਂ ਵਾਲੇ ਹੈਣ ਕਨੇਰੇ ਛੱਡ ਨਾ ਸਕੇ ਕੋਈ। ਗੱਲਾਂ ਕਰਨ ਨੂੰ ਕੀ ਹੈ? ਕੋਈ ਹੈ ਛੱਡਣ ਵਾਲਾ? ਉਹਦਾ ਸੰਕਲਪ ਸੱਤ ਹੋਏਗਾ। ਭੇਖ ਬਣਾ ਕੇ ਤੁਰਿਆਂ ਵਾਲੇ ਦਾ ਸੰਕਲਪ ਸੱਤ ਨਹੀਂ। ਜਿਹਨੇ ਨਾਨਕ ਜੀ ਦੇ ਦੱਸੇ ਹੋਏ ਮਾਰਗ ਨੂੰ, ਵੀ ਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ। ਕਿਹਨੂੰ ਕਹਿੰਦੇ ਚੱਲਣਾ ਚਾਹੀਦਾ? ਤੂੰ ਚੱਲ ਰਿਹਾ, ਸੋਈ ਚੱਲਣਾ। ਇਸ ਵਾਸਤੇ ਇਹ ਮਨੁੱਖ ਸਰੀਰ ਹੈ ਜਿਹੜਾ, ਇਹਦੇ ਹੱਥੋਂ ਸਭ ਦਾ ਭਲਾ। ਆਖੇ ਨਾਨਕ ਨਾਮ ਚੜ੍ਹਦੀ ਕਲਾ। ਕਿਆ ਮਾਇਨਾ ਹੈ? ਜਿਹਦਾ ਨਾਮ ਪ੍ਰਭੂ ਹੈ, ਜਿਸ ਦਾ ਨਾਮ ਪਰਮਾਤਮਾ, ਈਸ਼ਵਰ, ਰੱਬ, ਖੁਦਾ, ਅੱਲਾ, ਵਾਹਿਗੁਰੂ, ਉਹਦੀ ਕਲਾ ਜਿਹੜੀ ਹੈ ਅਨਾਤਮਾ ਤੋਂ ਚੜ੍ਹਦੀ ਹੈ। ਚੜ੍ਹਦੀ ਮਹਿਨਾ ਹੈ, ਅਦਕ ਹੈ ਔਰ ਸੱਤ ਹੈ। ਤੇ ਤੁਸੀਂ ਕਿਹਦੀ ਚੜ੍ਹਦੀ ਕਲਾ ਨੇ? ਕਿ ਨਾਨਕ ਨਾਮ ਚੜ੍ਹਦੀ ਕਲਾ। ਉਹ ਆਤਮ ਦੇ ਰੂਪ ਦੇ ਵਿੱਚ ਸਾਖਸ਼ਾਤ ਹੋ ਰਿਹਾ ਹੈ, ਜਿਹਦੀ ਕਲਾ ਚੜ੍ਹਦੀ ਮਹਿਨਾ ਹੈ, ਤ੍ਰੈਕਾਲ ਆਬਾਦ ਹੈ, ਕਦੇ ਵੱਧਦੀ ਨਹੀਂ, ਕਦੇ ਘਟਦੀ ਨਹੀਂ। ਉਸ ਕਲਾ ਨੂੰ, ਉਸ ਸ਼ਕਤੀ ਨੂੰ, ਉਸ ਸਤਾ ਨੂੰ ਪਛਾਣ ਲੈਣ ਵਾਲਾ, ਉਹਦੇ ਮੂੰਹ ਨਿਕਲਿਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ ਹੱਥੋਂ ਹੁੰਦਾ। ਕਹਿਣ ਵਾਲਿਆਂ ਦੇ ਨਹੀਂ ਹੁੰਦਾ। ਤੂੰ ਤਾਂ ਖੁਦ ਆਪਦਾ ਨਹੀਂ ਭਲਾ ਕਰਦਾ, ਆਪ ਨੂੰ ਲੋਭ ਲਾਲਚ ਦੇ ਅਧੀਨ ਹੋ ਕੇ ਕਿੱਧਰ ਧੱਕੇ ਜਾਣਾ। ਮਨੁੱਖ ਜਨਮ ਮਿਲਿਆ ਇਹ ਤੋਂ ਖੁੱਸਦਾ ਜਾਣਾ, ਤੇ ਲੋਕਾਂ ਲਈ ਅਰਦਾਸ ਕਰਦਾ ਤੇਰੇ ਭਾਣੇ ਸਰਬੱਤ ਕਾ ਭਲਾ। ਉਹ ਨਹੀਂ, ਗੁਰੂਆਂ ਨੇ ਕਿਹਾ ਸੱਤ ਦਾ ਸਾਖਸ਼ਾਤਕਾਰ, ਅਨਾਤਮ ਭੋਗਾਂ ਮੇਂ ਸੰਤੋਖ ਕਰ, ਤੇ ਆਪਣੇ ਆਤਮ ਸਰੂਪ ਦੀ ਅਦਵੈਤਤਾ ਦਾ ਧਿਆਨ ਕਰ। ਫਿਰ ਅਕੇ ਸਤ ਸੰਤੋਖ ਕਾ ਧਰੋ ਧਿਆਨ, ਤੇ ਕਥਨੀ ਕਥਿਆ
ਬ੍ਰਹਮ ਗਿਆਨ, ਫੇਰ ਜਾ ਕਰਕੇ ਇਹ ਕਲਾ ਜਾਗਰਤ ਹੁੰਦੀਆਂ। ਇਹ ਤਾਂ ਨਹੀਂ ਕਿਸੇ ਕੋਲੇ ਹੈ ਨਹੀਂ। ਮੱਖੀ 'ਚ ਵੀ ਇਹ ਕਲਾਵਾਂ ਹੈ, ਹਾਥੀ 'ਚ ਵੀ ਇਹ ਕਲਾਵਾਂ, ਤੇ ਇਹ ਸਾਰਿਆਂ ਤੋਂ ਸ਼ੁੱਧ ਕਲਾ ਪ੍ਰਸ਼ਟਕਾ ਵਾਲਾ ਮਨੁੱਖ ਸਰੀਰ ਹੈ। ਜੋ ਮਾਈ ਭਾਈ ਬੇਟੀ ਬੇਟਾ ਬਿਰਧ ਜਵਾਨ ਸਾਰਿਆਂ ਦੇ ਅੰਦਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਸਾਰਿਆਂ ਕੋਲੇ ਸਭ ਕੁਝ ਵਿਦਮਾਨ ਹੈ। ਪਰ ਬਾਤ ਇਹ ਹੈ, ਭੋਗ ਇੰਨੇ ਪਿਆਰੇ ਹੋ ਗਏ, ਰਾਜਨੀਤੀ ਕਰਦਾ ਉਹ ਵੀ ਆਪਣੇ ਭੋਗ ਸੰਗ੍ਰਹਿ ਕਰਨ ਵਾਸਤੇ, ਵਪਾਰ ਕਰਦਾ ਆਪਣੇ ਭੋਗ ਸੰਗ੍ਰਹਿ ਕਰਨ ਵਾਸਤੇ, ਨੌਕਰੀ ਕਰਦਾ ਭੋਗ ਸੰਗ੍ਰਹਿ ਕਰਨ ਵਾਸਤੇ, ਤੇ ਦਿਨ ਰਾਤ ਖੱਪ ਖੱਪ ਮਰਦਾ ਆਪਣੇ ਭੋਗ ਸੰਗ੍ਰਹਿ ਕਰਨ ਵਾਸਤੇ। ਤੇ ਸੰਤ ਬਾਣੀ ਨੇ ਕਿਹਾ ਕਿ ਭੋਗਨ ਮੈਂ ਬਹੁ ਧਾਵਨ ਕਰੈ, ਤੇ ਕਾਲ ਵੇਗ ਕੀ ਖਬਰ ਨਾ ਪਰੈ। ਤੈਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੇ ਭੋਗ ਸੰਗ੍ਰਹਿ ਕਰਨ ਮੈਂ ਦਿਨ ਰਾਤ ਇੱਕ ਬਣਾ ਛੱਡਿਆ, ਇਹ ਸਾਰੇ ਕਾਲ ਦੇ ਦਾਇਰੇ 'ਚ, ਤੈਨੂੰ ਅਕਾਲ ਦਾ ਦਰਸ਼ਨ ਨਹੀਂ ਹੋਣ ਦੇਣਗੇ, ਔਰ ਅਕਾਲ ਨਾਲ ਤੇਰੀ ਏਕਤਾ ਨਹੀਂ ਹੋਣ ਦਿੰਦੇ ਭੋਗ। ਯਾਰ ਮੈਂ ਤਾਂ ਨਿੱਤ ਗੁਰਦੁਆਰੇ ਜਾਣਾ, ਤੇ ਗੁਰਦੁਆਰੇ ਵੀ ਤਾਂ ਭੋਗ ਸੰਗ੍ਰਹਿ ਵਾਸਤੇ ਹੀ ਹੈ, ਮੰਦਿਰ ਵੀ ਭੋਗ ਇਕੱਠੇ ਕਰਨ ਵਾਸਤੇ ਹੈ, ਮੰਡੀਆਂ ਵੀ ਭੋਗ ਇਕੱਠੇ ਕਰਨ ਵਾਸਤੇ ਹੈ, ਬਾਜ਼ਾਰ ਵੀ ਭੋਗ ਇਕੱਠੇ ਕਰਨ ਵਾਸਤੇ ਹੈ। ਤੇ ਸੰਤਾਂ ਦੇ ਚੋਲੀਆਂ ਪਾ ਕੇ ਹਰੀ ਓਮ ਸਤਨਾਮ, ਉਹ ਵੀ ਭੋਗ ਇਕੱਠੇ ਕਰਨ ਵਾਸਤੇ ਹੈ। ਤੇ ਅਕਾਲ ਦੀਆਂ ਗੱਲਾਂ ਸੁਣਾਉਣ ਨਾਲ ਅਕਾਲ ਨਹੀਂ ਹੋ ਜਾਈਦਾ, ਵੀ ਹੈ ਅਕਾਲ ਨਹੀਂ ਹੋ ਜਾਈਦਾ। ਤਾਂ ਇਹ ਹੈਗਾ ਕਿ ਤੂੰ ਅਕਾਲ ਸਰੂਪ ਨੂੰ ਪਹਿਚਾਣਦਾ। ਪਹਿਲਾ ਜਿੱਥੇ ਜਾਗਰਤ ਕਾਲ ਮੇਂ ਵਿਚਰ ਰਹੇ, ਇਸ ਬਾਰੇ ਗਿਆਤ ਹੈ। ਜਿਨ੍ਹਾਂ ਤੋਂ ਡਰਦਾ, ਜਿਨ੍ਹਾਂ ਤੋਂ ਡਰਦਾ, ਜਿਹਦਾ ਪਤਾ ਨਹੀਂ, ਉਹਨਾਂ ਤੋਂ ਡਰਿਆ ਹੋਇਆ, ਤੇ ਜਿਨ੍ਹਾਂ ਦਾ ਗਿਆਤ ਹੈ ਇਹਨਾਂ ਨੂੰ ਪੀੜਾ ਦਿੰਦਾ। ਪਸ਼ੂ ਇਹਦੀ ਮਦਦਗਾਰ ਹੈ। ਬਲਦਾਂ ਨੂੰ ਤਾਂ ਲੋਕ ਨਮਸਕਾਰ ਕਰਦੇ ਸੀ, ਅੱਜ ਮਸ਼ੀਨਰੀ ਵੱਧ ਗਈ। ਊਠ, ਘੋੜੇ, ਖੋਤੇ, ਗਊ, ਭੈਂਸ, ਬੱਕਰੀ, ਇਹ ਰਲ ਮਿਲ ਕੇ ਸਮਾਜ ਬਣਿਆ ਸੀ। ਇਹ ਮਨੁੱਖ ਸਰੀਰ ਦੀ ਸਹਾਇਤਾ ਵਾਸਤੇ ਪ੍ਰਕਿਰਤੀ ਨੇ ਜਾਗਰਤ ਕੀਤੇ ਸੀ। ਤਾਂ ਜਿਹੜੀ ਬੱਕਰੀ, ਇਹਨੂੰ ਮਾਂ ਵਾਂਗ, ਗਊ ਨੂੰ ਕਿਉਂ ਕੱਲੀ ਨੂੰ ਮਾਂ ਆਖਿਆ? ਵੀ ਮਾਂ ਤਾਂ ਕਿਹਾ ਕਿ ਮਾਂ ਦਾ ਦਰਜਾ ਉੱਤਮ ਹੈ, ਕਿ ਮਾਂ ਇਸ ਨੂੰ ਉਸ ਕਾਲ ਮੇਂ ਵੀ ਦੁੱਧ ਨਾਲ ਪਰਵਰਿਸ਼ ਕਰਦੀ ਹੈ, ਜਿਸ ਕਾਲ ਮੇਂ ਇਹ ਕੋਈ ਚੀਜ਼ ਨੂੰ ਗ੍ਰਹਿਣ ਨਹੀਂ ਕਰ ਸਕਦਾ। ਤੇ ਗਊ, ਭੈਂਸ ਆਦਿ ਪਸ਼ੂ ਆ ਜਿਹੜੇ, ਇਹ ਉਸ ਕਾਲ ਮੇਂ ਵੀ ਇਹਨੂੰ ਦੁੱਧ ਨਾਲ ਪਰਵਰਿਸ਼ ਕਰਦੇ ਜਦੋਂ ਇਹ ਸਭ ਕੁਝ ਖਾ ਪੀ ਵੀ ਸਕਦਾ ਹੈ। ਉਹਨਾਂ ਦਾ ਦਰਜਾ ਕੋਈ ਮਾਂ ਤੋਂ ਘੱਟ ਹੈ।
ਤੇ ਆਚਾਰਜਾ ਇੱਕੋ ਹੀ ਗੱਲ ਇਸਨੇ ਬਣਾ ਲਈ ਹੈ ਕਿ ਬੱਕਰੀ ਦੁੱਧ ਦੇਣੋਂ ਹਟ ਜਾਂਦੀ ਆ, ਉਹਨੂੰ ਵੱਢ ਕੇ ਖਾ ਜਾਂਦਾ, ਤੇ ਮਾਂ ਚੀਜ਼ਾਂ ਦੇਣੋਂ ਹਟ ਜਾਂਦੀ ਤੇ ਉਹਨੂੰ ਘਰੋਂ ਧੱਕ ਦਿੰਦਾ। ਚਲੋ ਇੱਥੋਂ ਆਦਾ ਨਹੀਂ, ਅਸੀਂ ਮਾਂ ਤੇ ਬੱਕਰੀ ਪਸ਼ੂਆਂ ਨੂੰ ਇੱਕੋ ਜਿਹੇ ਸਮਝਦੇ ਹਾਂ। ਕਿੱਧਰ ਜਾ ਰਹੇ हैं। ਇਸੇ ਤਰ੍ਹਾਂ ਕਲਪਾਂ ਪ੍ਰਯਤਨ ਤੋਂ ਬਾਅਦ ਨੀਂਦਰ ਖੁੱਲੀ। ਇਹ ਸਰੀਰ ਧਾਰੇ ਜਿਨ੍ਹਾਂ ਨੇ, ਇਹਦੇ ਅੰਦਰ ਇੱਕ ਪੁਰਸ਼ਟਕਾ ਬਣਦੀ ਹੈ। ਉਹ ਪੁਰਸ਼ਟਕਾ ਨੂੰ ਸੂਖਮ ਸਰੀਰ ਵੀ ਕਿਹਾ। ਉਹਦੇ ਨਾਲ ਕਈ ਹਿੱਸੇ ਜੁੜੇ ਹੋਏ ਹੈ, ਜੈਸੇ ਹੱਡ ਮਾਸ ਦੇ ਸਰੀਰ ਨਾਲ ਬਾਹਾਂ ਬਾਜੋ ਨਾ ਜੁੜੇ ਹੋਣ, ਪਾਂਵ ਨਾ ਜੁੜੇ ਹੋਣ, ਨੈਣ ਨੇਤਰ ਨਾ ਜੁੜੇ ਹੋਣ, ਤਾਂ ਜੈਸੇ ਰਸਤੇ 'ਚ ਜਾਂ ਕਿਨਾਰੇ ਤੇ ਪੱਥਰ ਦੀ ਸਿਲਾ ਪਈ ਹੈ, ਇਹ ਵੀ ਪੱਥਰ ਦੀ ਸਿਲਾ ਹੈ। ਜੈਸੇ ਇਹਦੇ ਅੰਗ ਅਵਇਵ ਜੋੜੇ ਤਾਂ ਇਹਦੀ ਚੇਸ਼ਟਾ ਹੋ ਰਹੀ ਹੈ, ਐਸੇ ਤਰ੍ਹਾਂ ਇਹਦੀ ਪ੍ਰਿਸ਼ਟਕਾ ਦੂਜਾ ਸਰੀਰ ਹੈ। ਦੂਜੇ ਸਰੀਰ ਦੇ ਵਿੱਚ ਬਾਣੀ ਨੇ ਕਿਹਾ ਕਿ ਛਿਨ ਘਟਕਾ ਇੱਕ ਜਾਮ, ਇੱਕ ਛਿਨ। ਉਹ ਛਿਨ ਦਾ ਕਾਲ ਇਤਨਾ ਸੂਖਮ ਸਰੀਰ 'ਚ ਵੱਧ ਜਾਂਦਾ ਹੈ ਕਿ ਇਹਨੂੰ ਐ ਮਹਿਸੂਸ ਹੁੰਦਾ ਹੈ ਕਿ ਮੈਂ ਤਾਂ 80 ਸਾਲ ਟੱਪ ਚੱਕਿਆ। ਜਦੋਂ ਜਾਗਤ ਕੇ ਇਸ ਵੱਲ ਨਿਗਾਹ ਮਾਰਦਾ ਹੈ ਤਾਂ ਉਦੋਂ ਇਹਨੂੰ ਇਹ ਮਾਲੂਮ ਪੜਦਾ ਕਿ ਮੈਂ 8-10 ਸਾਲ ਦਾ ਸਰੀਰ ਹੈ। ਜਦੋਂ ਪੁਰਸ਼ਟਕਾ ਅਗਲੇ ਸਰੀਰ 'ਚ ਵੇਦਾ ਨਿੰਦਰਾ ਕਾਲ ਤੋਂ ਮੱਧ 'ਚ, ਤਾਂ ਉਸ ਕਾਲ ਮੇ ਇਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਤਾਂ ਬੱਚੇ ਵੀ 20-30 ਸਾਲ ਦੇ ਆ, ਬਹੁਟੀਆਂ ਘਰਾਂ 'ਚ ਹੈ, ਅੱਗੇ ਉਹਨਾਂ ਦੇ ਬੱਚੇ ਵੀ ਫਿਰਦੇ ਖੇਡਦੇ ਐ। ਤਾਂ ਗੁਰੂਆਂ ਨੇ ਕਿਹਾ ਕਿ ਛਿਨ ਘਟਕਾ ਇੱਕ ਜਾਨ। ਐਡੀ ਵੱਡੀ ਸੁਪਨ ਦੇ ਵਿੱਚ ਜਬਰਾਈਲ ਫਰਿਸ਼ਤਾ ਜਾਗਰਤ 'ਚ ਉੱਠਿਆ, ਝੂਟਾ ਵੱਜਿਆ ਔਰ ਜਾਗਰਤ 'ਚ ਆਇਆ। ਇਹ ਦੋ ਪੈਂਦੇ ਆ ਦੁਨੀਆ ਦੇ ਲਈ। ਇਹ ਬਹੁਤ ਖਤਰਨਾਕ ਹੈ। ਕਿਉਂ ਖਤਰਨਾਕ ਹੈ? ਜਿਵੇਂ ਕਹੀਏ ਵੀ ਸਾਡੇ ਥਾਣੇਦਾਰ ਆਇਆ ਤਾਂ ਬਹੁਤ ਖਤਰਨਾਕ ਹੈ। ਜਦੋਂ ਅਗਲਾ ਕਹਿੰਦਾ ਵੀ ਥਾਣੇਦਾਰ ਖਤਰਨਾਕ, ਜੇ ਕੁੱਟ-ਕੁੱਟ ਕੇ ਲੱਤਾਂ ਤੋੜ ਦਿੰਦਾ ਹੈ, ਵੀ ਹੈ ਤਾਂ ਐਵੇਂ, ਪਰ ਸਾਰਿਆਂ ਦੀਆਂ ਤੋੜਦਾ। ਜਿਹੜਾ ਇਤਨਾ ਹੈ ਉਹ ਲੋਕਾਂ ਦੀਆਂ ਰੱਖਿਆ ਵੀ ਕਰਦਾ ਹੈ ਤੇ ਗੰਦਿਆਂ ਬੰਦਿਆਂ ਦੀਆਂ ਲੱਤਾਂ ਤੋੜਦਾ ਕੁੱਟ-ਕੁੱਟ ਕੇ। ਐਸੇ ਤਰ੍ਹਾਂ ਉਹ ਇੱਕ ਕਲਪਤ ਹਸਤੀ ਹੈ ਜਿਹਨੂੰ ਬੜੀ ਖਤਰਨਾਕ ਮੰਨਿਆ। ਉਹ ਦੋ ਭਾਗਾਂ 'ਚ ਵੰਡੀ ਹੈ, ਅਜ਼ਰਾਈਲ ਤੇ ਜਬਰਾਈਲ।
ਉਹ ਜਬਰਾਈਲ ਹੈ ਜਿਹੜਾ, ਜਿਹਦੇ ਵਿੱਚ ਬਲ ਹੈ। ਅਜਰਾਈਲ ਉਹ ਹੈ ਕਿ ਜਿਹੜਾ ਮਿਰਤੂ ਕਰਦਾ ਸਰੀਰ। ਜਬਰਾਈਲ ਉਹ ਹੈ ਕਿ ਜਿਹਦਾ ਹੁਕਮ ਚੱਲਦਾ, ਇਹ ਅੱਗ ਪੁਰਸ਼ਾਂ ਤੇ ਚੱਲਦਾ ਹੈ। ਸਰਬੱਗ ਪੁਰਸ਼ਾਂ ਲਈ ਆਪ ਹੀ ਆਪ ਹੂੰ, ਆਪ ਤੋਂ ਬਿਨਾ ਕੁਛ ਹੈ ਹੀ ਨਹੀਂ। ਉਹ ਜਗਾਓ ਪਾਵਰ, ਵੇਖੋ ਸੀਸੇ ਚ ਤੈਥੋਂ ਬਗੈਰ ਕੋਈ ਹੈ, ਤੇ ਜਿਨ੍ਹਾਂ ਦੀਆਂ ਅੱਖਾਂ ਅਜੇ ਬੰਦ ਪਈਆਂ, ਇਹ ਉਹਨਾਂ ਦੀ ਬਾਤ ਹੈ। ਔਰ ਜਬਰਾਇਲ ਫਰਿਸ਼ਤਾ ਖੜਾ ਅੱਗੇ ਨੰਗਣ ਨੂੰ, ਨਾਂਗਾ ਬੰਦਾ, ਊਠ ਤੁਰੇ ਜਾ ਰਹੇ ਆ, ਊਠ ਮੰਗਰ ਊਠ, ਊਠ ਮੰਗਰ ਊਠ, ਅਡੇਕ ਕਰਦੇ ਨੂੰ ਜੁਗ ਮਨਵੰਤਰ ਕਲਪ ਬੀਤ ਗਏ। ਜਦੋਂ ਬੀਤ ਗਏ, ਝਾਕ ਜਾਵੇ ਊਠ ਰੁਕਣ, ਜੁਗ ਬੀਤ ਗਏ, ਮਨਵੰਤਰ ਕਾਲ ਦੇ ਬੀਤ ਗਏ। ਤਾਂ ਥੋੜੀ ਸੀ ਹਿੰਮਤ ਜਗਾਈ ਵੀ ਇਹ ਕਦੋਂ ਬੰਦ ਹੋਣਗੇ। ਇੱਕ ਦੀ ਅੱਗੇ ਵੱਧ ਕੇ ਮੁਹਾਰ ਫੜ ਲਈ, ਕਤਾਰ ਚੋਂ ਬਾਹਰ ਕੱਢ ਲਿਆ। ਜਦੋਂ ਕਤਾਰ ਚੋਂ ਬਾਹਰ ਕੱਢ ਲਿਆ, ਉਹਨੂੰ ਬਿਠਾਇਆ। ਜਦੋਂ ਦਾ ਊਠ ਵੇਦਾ, ਹਰੇਕ ਊਠਾਂ ਦੇ ਉੱਤੇ ਬਕਸਾ ਲੱਦਿਆ ਹੋਇਆ, ਬੜਾ ਵੱਡਾ ਵੱਡਾ। ਜਦੋਂ ਉਸ ਊਠ ਨੂੰ ਬਿਠਾਇਆ ਤਾਂ ਉਸ ਨੇ ਉਹ ਬਕਸਾ ਖੋਲਿਆ। ਜਦੋਂ ਬਕਸਾ ਖੋਲ ਕੇ ਵੇਖਿਆ ਤੇ ਉਹ ਸਾਰਾ ਹੀ ਬਕਸਾ ਆਂਡਿਆਂ ਦਾ ਭਰਿਆ। ਜਦੋਂ ਆਂਡਿਆਂ ਦਾ ਭਰਿਆ ਕੱਢ ਕੇ ਬਕਸੇ ਸੇ ਇੱਕ ਆਂਡਾ ਵੇਖਿਆ, ਤੋੜਿਆ, ਤਾਂ ਉਸ ਆਂਡੇ ਦੇ ਵਿੱਚ ਉਹ ਹੋਈ ਊਠਾਂ ਦੀ ਕਤਾਰ, ਉਹ ਹੋਈ ਜਬਰਾਇਲ ਕਿਨਾਰੇ ਤੇ ਖੜਾ। ਹੋਰ ਤੋੜਿਆ, ਉਸੇ ਤਰ੍ਹਾਂ ਹੀ ਊਠਾਂ ਦੀ ਕਤਾਰ ਜਾ ਰਹੀ ਹੈ। ਸਾਰੇ ਤਾਂ ਬਕਸੇ ਲੱਦੇ ਐ, ਬਕਸੇ ਸਾਰੇ ਆਂਡਿਆਂ ਦੇ ਭਰੇ ਆ। ਹਰੇਕ ਆਂਡੇ ਦੇ ਵਿੱਚ ਜਬਰਾਇਲ ਫਰਿਸ਼ਤਾ ਤੇ ਐਂ ਊਠ ਤਰੇ ਜਾ ਰਹੇ। ਬਿਸਮਤ ਹੋਇਆ ਇਸ ਲਈ ਕਿ ਉਹ ਕੌਣ ਸੀ ਕਿ ਹਰੇਕ ਇੱਕ ਬਕਸਾ ਜਿਹੜਾ ਊਠਾਂ ਤੇ ਲੱਦਿਆ ਹੋਇਆ ਹੈ, ਉਹ ਬ੍ਰਹਿਮੰਡ ਹੈ। ਉਹ ਬ੍ਰਹਿਮੰਡ ਦੇ ਅੰਤਰਗਤ ਸਾਰੇ ਆਂਡੇ ਹੈ। ਹਰੇਕ ਆਂਡੇ ਦੇ ਵਿੱਚ ਜਬਰਾਇਲ, ਹਰੇਕ ਆਂਡੇ ਦੇ ਵਿੱਚ ਸਾਰਾ ਤੁਰਿਆ ਜਾ। ਜਿਹੜਾ ਬ੍ਰਹਿਮੰਡ ਹੈ, ਜਿਸ ਦੇ ਅੰਤਰ ਨਾਨਾ ਪ੍ਰਕਾਰ ਦੀਆਂ ਊਠਾਂ ਦੀਆਂ ਕਤਾਰਾਂ ਜਾ ਰਹੀਆਂ, ਉਹ ਕੌਣ ਹੈ ਜਿਹਦੇ ਚ ਕਰੋੜਾਂ ਲੱਖਾਂ ਬ੍ਰਹਿਮੰਡ ਨੰਗੀ ਜਾ ਰਹੇ, ਤੇ ਹਰੇਕ ਬ੍ਰਹਮੰਡ ਦੇ ਅੰਦਰ ਕਰੋੜਾਂ ਪਿੰਡ ਹੈ। ਉਹ ਅੰਡ ਜਿਹੜੇ ਉਹ ਪਿੰਡ ਹੈ, ਅੰਡਾਂ ਦੇ ਅੰਦਰ ਫੇਰ ਜਬਰਾਇਲ ਅਨੇਕਾਂ ਬ੍ਰਹਿਮੰਡ ਜਾ ਰਹੇ ਹੈ। ਉਸ ਦਾ ਨਾਮ ਵਿਰਾਟ ਹੈ। ਉਸ ਵਿਰਾਟ ਨੂੰ ਜਾਣੋ, ਲੰਘੋ ਵਿਰਾਟ ਨੂੰ, ਤਾਂ ਇਹ ਹੋਏਗਾ ਵੀ ਸੱਚ ਤਾਂ ਜੀ ਇਹ ਹੈ। ਅਸੀਂ ਤਾਂ ਅੱਖਾਂ ਮੀਚ ਕੇ ਹੱਥ ਜੋੜ ਕੇ ਤੇ ਬੇਨਤੀ ਕਰਨ ਵਾਲੇ ਆ, ਇਹ ਤੋਂ ਅੱਗੇ ਕੁਛ ਨਹੀਂ ਜਾਣਦੇ। ਜ਼ਿਆਦੇ ਤੋਂ ਜ਼ਿਆਦੇ ਹੈ ਟੱਲੀਆਂ ਫੜਾ ਦਿਓ, ਤੇ ਜ਼ਿਆਦੇ ਤੋਂ ਜ਼ਿਆਦੇ ਕੋਈ ਸਾਜ਼ ਫੜਾ ਦਿਓ, ਉਹ ਵਜਾ ਕੇ ਵਿਖਾ ਦੇਵਾਂਗੇ।
ਇਦੋਂ ਅੱਗੇ ਜਾਣਦੇ ਅਸੀਂ ਨਹੀਂ ਕੁਛ ਨਹੀਂ। ਵਿਰਾਟ ਨੂੰ ਲੰਘ ਤਾਂ ਸਹੀ, ਜਿਤਨੇ ਅੰਡਿਆਂ ਦੇ ਵਿੱਚ ਹੈ ਉਹ ਸਾਰੇ ਵਿਸ਼ਵ ਹੈ, ਵਿਸ਼ਵ ਦੇ ਵਿੱਚ ਸਾਰੇ ਬ੍ਰਹਿਮੰਡ ਹੈ। ਕੋਟ ਕੋਟ ਹਰੇਕ ਬ੍ਰਹਿਮੰਡ ਦੇ ਵਿੱਚ ਜਬਰਾਈਲ, ਅਜਰਾਈਲ, ਧਰਮਰਾਜ ਇਹਨਾਂ ਨੂੰ ਕਹਿ ਕੇ ਬੋਲਿਆ। ਤੇ ਜਦੋਂ ਹਰੇਕ ਅੰਡ ਦੇ ਵਿੱਚ ਇਹ ਅੰਡ ਦੇ ਸਮਾਨ ਆ, ਇਹ ਪਿੰਡ ਹੈ ਤੇ ਸਮਸ਼ਟੀ ਇਹਦੇ ਜਵਾਂ ਜੋੜ ਸਜਾਤੀਆਂ ਦੇ ਬ੍ਰਹਿਮੰਡ ਹੈ। ਜਦੋਂ ਇੱਕ ਦ੍ਰਿਸ਼ਟਾਂਤ ਲਈ ਅੰਡ ਹੈ, ਅੰਡ ਦੇ ਵਿੱਚ ਜਬਰਾਈਲ, ਅਜਰਾਈਲ ਹੈ ਤੇ ਇਸ ਪਿੰਡ ਅੰਡ ਦੇ ਵਿੱਚ ਹੈ ਨਹੀਂਗਾ। ਫਿਰ ਜੇ ਤਾਂ ਉਹ ਇੱਥੇ ਨਾ ਹੋਣ ਤਾਂ ਇਹਨੂੰ ਫੜ ਕੇ ਲਿਜਾਣਗੇ ਵੀ ਚੱਲ ਵੀ ਉਹ ਤੋਂ ਪਹਿਚਾਨ ਨਹੀਂ ਰਿਹਾ ਕਿਸ ਕਿਸ ਨੂੰ ਅਜਰਾਈਲ ਕਿਹਾ, ਕਿਸ ਨੂੰ ਜਬਰਾਈਲ ਕਿਹਾ, ਕਿਸ ਨੂੰ ਧਰਮਰਾਜ ਕਿਹਾ, ਕਿਸ ਨੂੰ ਯਮ ਕਿਹਾ। ਜਦੋਂ ਇਹਦੇ ਬ੍ਰਹਿਮੰਡ ਦੇ ਅੰਦਰ ਨਰਕਪੁਰੀ, ਸੁਰਗਪੁਰੀ, ਲੋਕ ਪਰਲੋਕ ਤੇ ਐਸ ਅੰਡ ਦੇ ਅੰਦਰ ਸਭ ਕੁਝ ਹੈ ਕਿ ਨਹੀਂ? ਜਦੋਂ ਬਕਸਿਆਂ ਦੇ ਵਿੱਚ ਅੰਡ ਦੇ ਵਿੱਚ ਸਭ ਕੁਝ ਹੈ ਤੇ ਅੰਡ ਪਿੰਡ ਬ੍ਰਹਿਮੰਡ ਦੀ ਏਕਤਾ ਕਰੋ। ਕਰੋ ਏਕਤਾ ਤਾਂ ਫਿਰ ਪਤਾ ਲੱਗੇਗਾ। ਇਹ ਅਸੀਂ ਤਾਂ ਭੋਗ ਹੀ ਇਕੱਠੇ ਕਰ ਸਕਦੇ ਹਾਂ, ਜ਼ਮੀਨ ਹੀ ਖਰੀਦ ਸਕਦੇ, ਅਮਰੀਕਾ, ਕੈਨੇਡਾ, ਜਰਮਨ, ਜਾਪਾਨ ਚ ਜਿੱਥੇ ਮਿਲਦੀ ਉੱਥੇ ਫਾਰਮ ਲੈ ਲੈ ਤੇ ਇਸ ਨੂੰ ਵਿਚਾਰੋ, ਲਾਲਚ ਹਿਰਦੇ ਚ ਛੱਡੋ। ਬਾਣੀ ਨੇ ਕਿਹਾ ਸੀ ਲਾਲਚ ਛੱਡੋ ਅੰਧਿਓ, ਲਾਲਚ ਦੁੱਖ ਭਾਰੀ। ਇਹ ਦੁੱਖਾਂ ਦੀਆਂ ਪੰਡਾਂ ਮਨੁੱਖ ਨੇ ਜਿਹੜੀਆਂ ਸਿਰ ਤੇ ਧਰੀਆਂ, ਇਹ ਲਾਲਚ ਦੇ ਅਧੀਨ ਹੋ ਕਰਕੇ। ਤਾਂ ਇੱਥੋਂ ਗੱਲ ਚੱਲੀ ਸੀ ਵੀ ਕਰੋ ਸੰਕਲਪ। ਜੇ ਤੁਹਾਡੇ ਸੰਕਲਪ 'ਚ ਬਲ ਹੈ ਕਿ ਵਰਲਡ ਤੇ ਦੁਨੀਆ ਕੱਟ ਵੱਢ ਕੇ ਮਰਨ ਨੂੰ ਤਿਆਰ ਹੋਈ ਖੜੀ ਹੈ, ਸਾਰੇ ਦੁਨੀਆ 'ਚ ਜੰਗ ਛੇੜਨ ਵਾਲੇ ਇਹ ਗਿਆਨੀ ਪੁਰਸ਼ ਸੰਕਲਪ ਉਠਾਓ, ਆਪਣੇ ਸੰਕਲਪ ਨਾਲ ਜੋੜੋ, ਉਹਨਾਂ ਦੇ ਹਿਰਦੇ 'ਚ ਸ਼ਾਂਤੀ ਜਾਗੇ। ਸ਼ਾਂਤੀ ਜਾਗੇ ਤੇ ਸੁਖ ਸ਼ਾਂਤੀ ਨਾਲ ਸਾਰੇ ਮਾਨਵ ਰਹਿਣ। ਧਰਤੀ ਨੂੰ ਕਈ ਮੇਰੀ ਮੇਰੀ ਕਰਕੇ ਉੱਠ ਕੇ ਗੁਰੂਆਂ ਨੇ ਕਹੇ ਜਿਹਨੂੰ ਤੂੰ ਮੇਰੀ ਕਹਿਣਾ ਤੇਰੇ ਲਈ ਖਤਰਾ। ਦੇਸਾਂ ਲਈ ਉਸੇ ਧਰਤੀ ਨੂੰ ਰੂਸ ਕਹਿੰਦਾ ਮੇਰੀ, ਤੇ ਉਸੇ ਕੁਛ ਧਰਤੀ ਨੂੰ ਯੂਕਰਾਨ ਕਹਿੰਦਾ ਮੇਰੀ। ਉਹ ਤਾਂ ਵਿਚਾਰੇ ਲੋਕ ਹੈ ਜਿਹੜੇ ਉਹ ਵੀ ਅੱਛੇ ਹੈ। ਜਹਾਂ ਜਹਾਂ ਮਨੁੱਖ ਸਰੀਰ ਬੈਠਾ ਸਭ ਵਧੀਆ ਹੈ, ਪਰ ਉਹਨਾਂ ਕੋਲੇ ਇਹ ਵਿਗਿਆਨ ਦੇਣ ਵਾਲਾ ਕੋਈ ਸਾਧਨ ਹੈ ਨਹੀਂਗਾ ਜਿਹੜਾ ਭਾਰਤੀ ਲੋਕਾਂ ਕੋਲੇ ਆ। ਉਹਨਾਂ ਦੇ ਹਿਰਦੇ 'ਚ ਵਿਗਿਆਨ ਨਹੀਂ। ਇਹ ਭਾਰਤੀ ਲੋਕਾਂ ਦੇ ਹਿੱਸੇ 'ਚ ਆਉਂਦਾ ਕੀ ਵਿਗਿਆਨ ਹੈ? ਆਖੇ ਮੇਰੀ ਮੇਰੀ ਧਾਰੀ ਉਹ ਪੈਰ ਲੋਹਾਰੀ। ਜਿਹੜੇ ਤੋਂ